ਵਿੱਚ ਮਾਲਾ ਫੜੀ ਹੋਈ ਲੈ ਕਰਕੇ ਬੋਲਤ ਭਇਓ ਸਤਬ ਸੁਭ ਗਾਤ। ਤੇ ਬੋਲਦੇ ਹਨ ਬੋਲਤ ਭਇਓ ਸਤਤ ਸ਼ੁਭ ਗਾਤ। ਬੜੀ ਉਸਤਤ ਦੇ ਸ਼ਬਦ ਬੋਲਦੇ ਹਨ। ਪਾਕ ਵਿਪਾਕ ਰਹੀਮ ਕਬੀਰ। ਤੇ ਭੀਖਣ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਪਤਾ ਕੀ ਕਹਿੰਦਾ? ਕਹਿੰਦਾ ਪਾਕ ਬੇਪਾਕ ਰਹੀਮ ਕਰੀ ਕਬੀਰ। ਕਹਿਣ ਲੱਗਾ ਇਹ ਸ਼ਬਦ ਉਹਨੇ ਆਪਣੇ ਮੁਖ ਚੋਂ ਉਚਾਰਨ ਕੀਤੇ। ਪਾਕ ਪਵਿੱਤਰ, ਕਿੱਡੇ ਪਿਆਰੇ ਸ਼ਬਦ ਵਰਤੇ ਉਹਨੇ। ਕਹਿੰਦਾ ਪਾਕ ਪਵਿੱਤਰ, ਬੇਪਾਕ ਅੱਤ ਦੇ ਪਵਿੱਤਰ, ਬਹੁਤ ਸੋਹਣੇ, ਰਹੀਮ ਰਹਿਮ ਕਰਨ ਵਾਲਾ, ਤੇ ਕਬੀਰ ਦਾ ਅਰਥ ਹੁੰਦਾ ਵੱਡਾ। ਕਹਿਣ ਲੱਗੇ ਇਹ ਵੱਡੇ, ਇਹ ਰਹਿਮ ਕਰਨ ਵਾਲੇ, ਇਹ ਪੀਰਾਂ ਦੇ ਪੀਰ, ਪਵਿੱਤਰ ਤੋਂ ਪਵਿੱਤਰ। ਬਖਸ਼ੋ ਗੁਨਾਹੇ ਪੀਰ ਕੇ ਪੀਰਾ। ਇਹ ਪੀਰਾਂ ਦੇ ਪੀਰ ਮੇਰੇ ਗੁਨਾਹ ਬਖਸ਼ ਦੇ। ਸ੍ਰੀ ਨਾਨਕ ਸ੍ਰੀ ਕਾਲੂ ਨੰਦਨਾ। ਜਿੱਦਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਲੋਕ ਦਰਸ਼ਨ ਕਰਦੇ ਹੀ ਨਾ। ਜਿੱਦਾਂ ਗੁਰੂ ਨਾਨਕ ਸਾਹਿਬ ਮਹਿਤਾ ਕਾਲੂ ਦੇ ਪੁੱਤਰ ਸਨ। ਸ੍ਰੀ ਬੇਦੀ ਕੁਲ ਚੰਦ ਸੁਬੰਦਨਾ। ਜਿਵੇਂ ਬੇਦੀ ਕੁਲ ਦੇ ਸੋਹਣੇ ਚੰਦ ਸਨ। ਸੁਜਾਸ ਬਿਲੰਦ ਆਨੰਦ ਮਕੰਦ। ਜਿਵੇਂ ਉਹਨਾਂ ਦਾ ਬੜਾ ਜਸ ਸੰਸਾਰ ਵਿੱਚ ਪ੍ਰਫੁੱਲਤ ਹੋਇਆ। ਖਾਲਕ ਮੁਬਾਰਕ ਜਪਹੁ ਅਮੰਦ। ਜਿਹੜੇ ਖਾਲਕ ਨੂੰ ਭਲਾ ਕਰਨ ਵਾਲੇ, ਉਧਾਰ ਕਰਨ ਵਾਲੇ ਆਏ ਸਨ। ਰਾਏ ਬੁਲਾਰ ਉਦਾਹਰਣ ਕਰਿਓ। ਰਾਏ ਬੁਲਾਰ ਵਰਗਿਆਂ ਦਾ ਵੀ ਉਧਾਰ ਕੀਤਾ ਹੈ। ਦੌਲਤ ਖਾਂ ਕੋ ਦੁਖ ਪਰ ਹਰਿਓ। ਦੌਲਤ ਖਾਂ ਵਰਗਿਆਂ ਦਾ ਦੁੱਖ ਮੁਕਾਇਆ ਹੈ। ਪੀਰ ਬਰੰਡ ਕੀਟਕ ਮੁਲਤਾਨ। ਬੜੇ ਪੀਰਾਂ ਦਾ, ਮੁਲਤਾਨ ਦੇ ਪੀਰਾਂ ਦਾ ਉਧਾਰ ਕੀਤਾ। ਸਭ ਕੋ ਸ਼ਾਂਤ ਦੀਨ ਦੁਖ ਹਾਣ। ਜਿਨ੍ਹਾਂ ਸਾਰੇ ਪੀਰਾਂ ਦਾ ਦੁੱਖ ਸ਼ਾਂਤ ਕੀਤਾ। ਅਪਰਹਿੰਦ ਤੁਰਕਨ ਕਾ ਗਿਣਤੀ। ਹੋਰ ਬਹੁਤ ਸਾਰੇ ਹਿੰਦੂ ਮੁਸਲਮਾਨਾਂ ਦੀ ਕੀ ਗਿਣਤੀ ਕਰੀਏ। ਕਰੇ ਨਿਹਾਸ ਰੋਣ ਸੁਨ ਬੇਨਤੀ। ਤੇ ਬਹੁਤ ਸਾਰਿਆਂ ਨੂੰ ਮਹਾਰਾਜ ਸਾਹਿਬ ਨੇ ਨਿਹਾਲ ਕੀਤਾ, ਜਿਹੜੇ ਜਿਹੜੇ ਬੇਨਤੀ ਕਰਦੇ ਸਨ। ਜੋ ਜੋ ਸ਼ਰਨ ਆਣ ਕਰ ਪਰਿਓ। ਤੇ ਜਿਹੜਾ ਜਿਹੜਾ ਗੁਰੂ ਨਾਨਕ ਮਹਾਰਾਜ ਦੀ ਸ਼ਰਨ ਵਿੱਚ ਪਿਆ ਸੀ, ਕਿਰਪਾ ਦ੍ਰਿਸ਼ਟ ਕਰ ਜਸੇ ਨਿਹਰਿਓ। ਕਿਰਪਾ ਦ੍ਰਿਸ਼ਟੀ ਨਾਲ ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਸੀ, ਸੋ ਸੋ ਚਤਰ ਪਦਾਰਥ ਪ੍ਰਾਪਤ। ਉਹ ਸਾਰਿਆਂ ਨੂੰ ਮਹਾਰਾਜ ਸਾਹਿਬ ਸਕਲ ਪਦਾਰਥ ਬਖਸ਼ਦੇ ਸਨ। ਲੱਗੀ ਰਿਰੇ ਲੈਵ ਸਤ ਜੋ ਜਾਪਤ। ਤੇ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਸੀ, ਉਹਨਾਂ ਦੇ ਹਿਰਦੇ ਅੰਦਰ ਸੁਰਤ ਜੁੜ ਗਈ ਸੀ ਸਦਾ ਵਾਸਤੇ। ਦੁਲੱਭ ਤਨਹੁ ਕੋ ਕਸੂ ਨ ਰਹਿਓ। ਕਹਿਣ ਲੱਗੇ ਨੇ ਦੁਲੱਭ ਤਿਨਹੂ ਕੋ ਕਛੂ ਨਾ ਰਹਿਓ। ਉਹਨਾਂ ਵਾਸਤੇ ਦੁਨੀਆ ਦੇ ਪਦਾਰਥ ਕੋਈ ਬਹੁਤੇ ਕੀਮਤੀ ਨਹੀਂ ਰਹੇ। ਪਰਮੇਸ਼ਰ ਦਾ ਨਾਮ ਕੀਮਤੀ ਹੋ ਗਿਆ ਸੀ। ਰਾਵਰ ਨੇ ਜਸ ਕੋ ਨਜ ਲਹਿਓ। ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖ ਲਿਆ ਸੀ। ਸੂਰਤ ਸੁੰਦਰ ਮੂਰਤ ਪਾਕ। ਇਦਾਂ ਹੀ ਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੁੰਦਰ ਮੂਰਤ ਹੈ। ਬਹੁਤ ਮਹਾਨ ਸੋਹਣਾ ਚਿਹਰਾ ਸੀ ਮਹਾਰਾਜ ਸਾਹਿਬ ਦਾ। ਤੁਮਰੋ ਦਰਸ਼ਨ ਨਹੀਂ ਜਮ ਬਾਕ। ਕਹਿਣ ਲੱਗੇ ਜਿੱਦਾਂ ਲੋਕ ਗੁਰੂ ਨਾਨਕ ਸਾਹਿਬ ਨੂੰ ਨਹੀਂ ਅਰਦਾਸਾਂ ਕਰਦੇ ਕਿ ਤੁਹਾਡੇ ਚਿਹਰੇ ਨੂੰ, ਤੁਹਾਡੇ ਦਰਸ਼ਨ ਕਰਕੇ ਸਾਡੇ ਪਾਪ ਮੁੱਕ ਜਾਂਦੇ ਨੇ। ਜਾਹਰ ਜਗ ਮਹਿ ਜਬਰ ਜਹੂਰਾ। ਇਦਾਂ ਹੀ ਸੰਸਾਰ ਅੰਦਰ ਜਾਹਰ ਤੌਰ ਤੇ ਜਗਤ ਵਿੱਚ ਜਾਣਨਹਾਰ, ਜਾਣੇ ਜਾਣ ਵਾਲੇ, ਹਾਜ਼ਰ ਜਹੇ ਕਹੇ ਦਾਸ ਹਜੂਰਾ। ਜਿਹੜੇ ਹਰ ਵੇਲੇ ਹਾਜ਼ਰ ਰਹਿੰਦੇ ਆਪਣੇ ਦਾਸਾਂ ਦੇ ਕੋਲ। ਗਾਫਲ ਗੰਜ ਗਰੀਬ ਨਿਵਾਜ। ਗਾਫਲ ਗੰਜ ਗਰੀਬ ਨਵਾਜ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਦੇ ਸ਼ਬਦ ਆ। ਕਹਿੰਦੇ ਗਾਫਲ ਗੰਜ ਗਰੀਬ ਨਵਾਜ। ਜਿਹੜੇ ਬੰਦੇ, ਗਾਫਲ ਦਾ ਅਰਥ ਹੈ ਭੁੱਲਣਹਾਰ, ਗਲਤੀਆਂ ਕਰਨ ਵਾਲੇ, ਜਿਹੜੇ ਗਫਲਤ ਦੀ ਨੀਂਦਰ ਅੰਦਰ ਸੁੱਤੇ ਸਨ, ਉਹਨਾਂ ਦੀ ਨੀਂਦਰ ਨੂੰ ਭੰਨਣ ਵਾਲੇ, ਗਫਲਤ ਨੂੰ ਨਾਸ਼ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ
ਤੇ ਗਰੀਬਾਂ ਨੂੰ ਨਵਾਜਣ ਵਾਲੇ ਹਨ। ਕਦੀਮ ਤਮ ਕਰਤੇ ਕਾਜ, ਇਹ ਮਹਾਰਾਜ ਤੁਸੀਂ ਮੁੱਢ ਕਦੀਮਾਂ ਤੋਂ ਕਰਮ ਕਰਦੇ ਸੁਭਾਅ ਅਪਣਾਉਂਦੇ ਆ ਰਹੇ ਹੋ। ਜਾਸ ਚੈਤ ਚਾਹੋ ਕਰਹੁ ਦਸ ਮਾਲਕ, ਮਹਾਰਾਜ ਜਸ ਚਿਤ ਚਾਹੋ ਕਰਹੁ ਤਸ ਮਾਲਿਕ। ਮਹਾਰਾਜ ਤੁਸੀਂ ਜਿੱਦਾਂ ਸਾਡਾ ਉਧਾਰ ਕਰਨਾ ਉਦਾਂ ਹੀ ਕਰੋ। ਸਰਜਣਹਾਰ ਖਲਕ ਕੋ ਪਾਲਕ, ਤੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਿਰਜਣਹਾਰ ਦੇ ਪਾਲਕ ਹੋ। ਲਗਿਓ ਆਣ ਮੈਂ ਕਦਮ ਤੁਮਾਰੇ, ਮੈਂ ਆਪ ਜੀ ਦੀ ਸ਼ਰਨ ਆਇਆ। ਭੀਖਣ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਦਾ ਸੀ, ਜਿਨ੍ਹਾਂ ਨੂੰ ਮਾਮਾ ਕਿਰਪਾਲ ਚੰਦ ਨੇ ਸੋਹਣੇ ਜੇ ਬਸਤਰ 'ਚ ਲਵੇਟਿਆ ਹੋਇਆ ਸੀ ਤੇ ਉੱਥੇ ਲਿਆ ਰਹੇ ਸਨ, ਜਿੱਥੇ ਪਲੰਗ ਸੋਹਣਾ ਡਾਇਆ ਹੋਇਆ ਸੀ ਉੱਥੇ ਲੈ ਕੇ ਆ ਰਹੇ ਸਨ। ਤੇ ਕਹਿ ਰਹੇ ਨੇ ਭੀਖਣ ਸ਼ਾਹ ਦਰਸ਼ਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਕਹਿੰਦੇ ਦਾਤਾ ਜੀ ਤੁਸੀਂ ਮੈਨੂੰ ਆਪਣੇ ਚਰਨਾਂ ਨਾਲ ਲਾ ਲਵੋ, ਮੈਨੂੰ ਬਖਸ਼ ਦਵੋ। ਮੂਝੋ ਹਿਰਦੇ ਮਨੋਰਥ ਸਾਰੇ, ਜੋ ਮੇਰੇ ਹਿਰਦੇ ਦਾ ਮਨੋਰਥ ਹੈ ਉਹ ਤੁਸੀਂ ਜਾਣ ਲਵੋ। ਆਪਣੇ ਪੰਥ ਵਿਖੇ ਮਾਮ ਟੁਕਰਾ, ਮੈਨੂੰ ਆਪਣੇ ਧਰਮ ਪੰਥ ਨਾਲ ਜੋੜ ਲਵੋ, ਮੈਨੂੰ ਆਪਣਾ ਥੋੜਾ ਜਿਹਾ ਟੁਕੜਾ ਦੇ ਦਵੋ। ਜੇ ਰਾਖੋ ਤੁਮ ਕਰਹੁ ਨਾ ਉਖਰਾ, ਭਾਵ ਕਿ ਮੈਂ ਤੁਹਾਡੇ ਤੋਂ ਕਦੇ ਦੂਰ ਹੀ ਨਾ ਹੋਵਾਂ, ਇਹੋ ਜਿਹਾ ਪ੍ਰੇਮ ਤਲਬ ਲਾ ਦਵੋ। ਲੋਚਨ ਪੁੱਤਰੀ ਐਤ ਉਤ ਫੇਰਤ, ਕਹਿੰਦੇ ਨੇ ਮਾਮਾ ਕਿਰਪਾਲ ਚੰਦ ਵੇਖ ਰਹੇ ਸੀ ਤੇ ਭੀਖਣ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਦਰਸ਼ਨ ਕਰ ਰਹੇ ਸਨ। ਤੇ ਜਦੋਂ ਮਹਾਰਾਜ ਦੇ ਚਰਨਾਂ ਵਾਲੇ ਪਾਸੇ ਖਲੋ ਕੇ ਭੀਖਣ ਸ਼ਾਹ ਤਾਂ ਅਰਦਾਸ ਕਰੇ ਨਾ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਭਾਵ ਉੱਪਰ ਥੱਲੇ ਕੀਤਾ ਹੈ। ਬੜਾ ਜਿਵੇਂ ਕਿਸੇ ਸਿਆਣੇ ਮਨੁੱਖ ਨੇ ਅੱਖਾਂ ਖੋਲ੍ਹ ਕੇ ਵੇਖਿਆ ਹੋਵੇ, ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਭੀਖਣ ਸ਼ਾਹ ਨੂੰ ਦੇਖਿਆ ਹੈ। ਕਾਰਤ ਕਿਰਤਾਰਤ ਸੰਗਤ ਹੇਰਤ, ਤੇ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਤਾਰਥ ਕਰਨ ਵਾਲੇ ਦਾਤਾਰ ਪਿਤਾ ਜੀ, ਆਜਤ ਭਾਲ ਕੇਸ ਬਰ ਛੋਟੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੱਥਾ ਚੌੜਾ ਤੇ ਕੇਸ ਅਜੇ ਛੋਟੇ ਸਨ। ਸੈਰ ਪਰ ਬਸਰ ਦਮਕਤੇ ਘੋਟੇ, ਸਿਰ ਦੇ ਉੱਪਰ ਸੋਹਣੇ ਬਸਤਰ ਸ਼ੋਭਦੇ ਸਨ। ਸੰਗਤ ਜਹੋਂ ਦੈਸ ਜੋਰਤ ਹਾਥ, ਸੰਗਤ ਚਾਰੇ ਪਾਸੇ ਹੱਥ ਜੋੜ ਕੇ ਖੜੀ ਹੈ। ਦਰਸ਼ਤ ਕਰੇ ਅਲਪ ਗੁਰਨਾਥ, ਖੜੇ ਹੋਏ ਬਾਲਕ ਸੰਗਤ ਜਿਹੜੀ ਆ ਬਾਲਕ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਰਹੀ ਸੀ। ਸਾਹਿਬ ਭੀਖ ਘਟਕਾ ਜਬ ਦੋਨੋਂ, ਕਹਿੰਦੇ ਇਸ ਤਰ੍ਹਾਂ ਸਾਹਿਬ ਭੀਖ ਘਟਕਾ ਜਬ ਦੋਨੋਂ, ਜਦੋਂ ਭੀਖਣ ਸ਼ਾਹ 2 ਘੜੀਆਂ ਉੱਥੇ ਖੜਾ ਰਹਿਆ ਤਾਂ ਕਰੀ ਸਮੀਪ ਹੋਏ ਕਰ ਨਮੋ, ਤਾਂ ਬਹੁਤ ਅਦਬ ਦੇ ਨਾਲ ਨੇੜੇ ਹੋ ਕੇ ਭੀਖਣ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਸ੍ਰੀ ਗੁਰ ਦੋਨੋਂ ਆਤ ਪਸਾਰੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥ ਪਸਾਰ ਦਿੱਤੇ। ਘੜੀ ਘਟੀ ਸਪਰਸਣ ਕੁਤਸ ਬਾਰੇ, ਕਵੀ ਜੀ ਕਹਿੰਦੇ ਨੇ ਭੀਖਣ ਸ਼ਾਹ ਦੇ ਹੱਥ ਵਿੱਚ 2 ਕੁੱਜੀਆਂ ਸਨ। 2 ਕੁੱਜੀਆਂ ਉਹਨੇ ਰੱਖੀਆਂ ਹੋਈਆਂ ਨੇ ਹੱਥ ਦੇ ਵਿੱਚ, ਉਹਨਾਂ ਨੂੰ ਸਪਰਸ਼ ਕਰਨਾ ਸੀਗਾ। ਉਹ ਨਾ ਪਹੁੰਚੇ ਜਾਏ ਤਹਾਂ ਲੋ, ਕਹਿੰਦੇ ਨੇ ਉਹਨਾਂ 2 ਘੜਿਆਂ ਨੂੰ 2 ਕੁੱਜੀਆਂ ਨੂੰ ਜਿਵੇਂ ਹਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਕੜਨਾ ਚਾਹੁੰਦੇ ਹੋਣ, ਪਰੇ ਅੰਕ ਮਹੇ ਸੂਐ ਕਹਾਂ ਲੋ, ਕਹਿੰਦੇ ਉਸ ਵੇਲੇ ਜਦੋਂ ਭੀਖਣ ਸ਼ਾਹ ਉੱਥੇ ਹੈ, ਪਰੇ ਅੰਕ ਮੈਂ ਛੂਐ ਕਹਾਂ ਲਓ, ਜਿਵੇਂ ਹਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਕੁੱਜੀਆਂ ਨੂੰ ਛੂਹਣਾ ਚਾਹੁੰਦੇ ਹੋਣ, ਪਰ ਭੀਖਣ ਸ਼ਾਹ ਦੇ ਹੱਥ 'ਚ ਕੁੱਜੀਆਂ ਹਟਵੀਆਂ ਪਿੱਛੇ ਸਨ। ਸਾਹੋ ਭੀਖ ਕੇ ਮਨ ਕੀ ਜਾਣ, ਤੇ ਭੀਖਣ ਸ਼ਾਹ ਦੇ ਮਨ ਦੀ ਜਿਵੇਂ ਸਤਿਗੁਰੂ ਸਾਹਿਬ ਨੇ ਜਾਣ ਲਈ ਹੋਵੇ, ਕਰੀ ਵਧਾਵਣ ਬਾਹੂ ਮਹਾਨ, ਆਪਣੀਆਂ ਬਾਹਾਂ ਕੁੱਜੀਆਂ ਵੱਲ ਕਰ ਰਹੇ ਸਨ। ਦੋਨੋਂ ਦੋਏ ਕਟਕਾ ਪਰ ਲਾਏ, ਦੋਵੇਂ ਹੱਥ ਕੁੱਜੀਆਂ ਉੱਤੇ ਰੱਖ ਦਿੱਤੇ। ਸੰਗਤ ਖਰੀ ਨ ਕਨਹੂ ਲਖਾਏ, ਸੰਗਤ ਖੜੀ ਹੈ
ਪਰ ਇਹਨਾਂ ਵਿੱਚੋਂ ਕੋਈ ਵੀ ਜਾਣ ਨਹੀਂ ਸਕਿਆ। ਸਾਉ ਭੀਖ ਇਕ ਕਰੀ ਨਿਹਾਰਣਾ। ਸ਼ਾਹ ਭੀਖਣ ਸ਼ਾਹ ਨੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਵੱਲ ਵੇਖਿਆ ਹੈ। ਜਬ ਕਟਕਾ ਪਰ ਕੀ ਆਕਾਰ ਧਾਰਨਾ। ਕਹਿੰਦੇ ਨੇ ਜਦੋਂ ਭੀਖਣ ਸ਼ਾਹ ਜਬ ਘਟਕਾ ਪਰ ਕੇ ਕਰ ਧਾਰਨ, ਜਦੋਂ ਇਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਨੇ ਕੁੱਜੀਆਂ ਨੂੰ ਹੱਥ ਲਾਏ ਸੀ ਤਾਂ ਭਾਰ ਵਿਸ਼ਾਲ ਹਜ਼ਾਰਨ ਮਨ ਕੋ। ਮਨ ਦੇ ਹਜ਼ਾਰਾਂ ਫੁਰਨੇ ਪੂਰੇ ਹੋ ਗਏ। ਕਰੇ ਪ੍ਰਭੂ ਨੇ ਹੱਥ ਦੁਹਿਨ ਕੋ। ਇਹ ਬੜਾ ਵੱਡਾ ਮਾਣ ਬਖਸ਼ ਦਿੱਤਾ ਮਹਾਰਾਜ ਸਾਹਿਬ ਨੇ ਆਪਣੀ ਕਰਾਮਾਤ ਕੇ ਸਾਥ। ਆਪਣੀ ਰਹਿਮਤ ਬਖਸ਼ਿਸ਼ ਦੇ ਨਾਲ ਸਾਂਭਤ ਭਾ ਢੱਡ ਕਰਕੇ ਹਾਥ। ਤੇ ਕਹਿੰਦੇ ਹਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਇਸ ਕੌਤਕ ਨੂੰ ਜਦੋਂ ਭੀਖਣ ਸ਼ਾਹ ਜਾਣਦਾ ਹੈ, ਪਣੇ ਗੁਰੂ ਨੇ ਅਦਕ ਦਬਾਇਓ। ਤੇ ਮਹਾਰਾਜ ਸਾਹਿਬ ਨੇ ਕਹਿੰਦੇ ਆਪਣੇ ਹੱਥਾਂ ਦੇ ਨਾਲ ਕੁੱਜੀਆਂ ਨੂੰ ਦਬਾਇਆ। ਉਸ ਵੇਲੇ ਜਾਣਿਆ ਹੈ ਪੀਰ ਓਜ ਨਜ ਤੇ ਬਿਕਲਾਇਓ। ਪੀਰ ਬੜਾ ਵਿਆਕੁਲ ਜਿਹਾ ਜਿਵੇਂ ਹੋ ਗਿਆ ਹੋਵੇ, ਖਿੜਾਓ ਵਿੱਚ ਵੀ ਹੈ ਤੇ ਮਨ ਦੇ ਸਭ ਫੁਰਨੇ ਪੂਰੇ ਵੀ ਹੁੰਦੇ ਦਿਸੇ। ਉਛਲਤ ਚਾਰਨ ਦਿਸ਼ਾ ਤਬ ਹੀਰਾ। ਭੀਖਣ ਸ਼ਾਹ ਨੇ ਉਛਲਦੇ ਹੋਏ ਚਰਨਾਂ ਨੂੰ ਦੇਖਿਆ। ਕਹਿਤ ਭਇਓ ਮੈਂ ਹਾਂ ਐਨ ਚੇਰਾ। ਕਹਿਣ ਲੱਗਾ ਮੈਂ ਤੇ ਤੁਹਾਡਾ ਦਾਸ ਨਿਮਾਣਾ ਆਪ ਜੀ ਦੇ ਚਰਨਾਂ ਦਾ ਭੌਰਾ ਹਾਂ। ਤਤ ਸਨ ਦੋਨੋਂ ਹੱਥ ਉਠਾਏ। ਦੋਨੋਂ ਹੱਥ ਮਹਾਰਾਜ ਸਾਹਿਬ ਨੇ ਚੁੱਕ ਲਏ। ਬਿਨਾ ਭੀਖ ਨਹੀਂ ਕਨੂ ਲਖਾਏ। ਪਰ ਭੀਖਣ ਸ਼ਾਹ ਤੋਂ ਬਿਨਾ ਕਿਸੇ ਨੂੰ ਇਸ ਗੱਲ ਦੇ ਭੇਦ ਦਾ ਰਮਜ ਦਾ ਪਤਾ ਨਹੀਂ ਸੀ ਕਿ ਭੀਖਣ ਸ਼ਾਹ ਦੋ ਕੁੱਜੀਆਂ ਕਿਉਂ ਲਿਆਇਆ, ਕਿਉਂਕਿ ਭੀਖਣ ਸ਼ਾਹ ਦੇ ਮਨ ਦੀ ਭਾਵਨਾ ਵਿਦਵਾਨ ਲੋਕਾਂ ਨੇ ਇਸ ਦਾ ਅਰਥ ਭਾਵ ਇਹ ਕੀਤਾ ਵਾ ਕਿ ਇਹ ਦੋ ਕੁੱਜੀਆਂ ਮੁਤਾਬਕ ਇੱਕ ਇਸਲਾਮ ਦੀ ਤੇ ਇੱਕ ਹਿੰਦੂ ਮਤ ਦੀ, ਵੀ ਇਹਨਾਂ ਵਿੱਚ ਇਸ ਕਰਕੇ ਇਹ ਲੈ ਕੇ ਆਇਆ ਸੀ। ਹੁਣ ਇਹਦੇ ਵਿੱਚ ਕੀ ਪਾਇਆ ਆ? ਕਵੀ ਸੰਤੋਖ ਸਿੰਘ ਨੇ ਲਿਖਿਆ ਮਿੱਠਾ। ਜਸਵੰਤ ਸਿੰਘ ਜੀ ਪਰਵਾਨਾ ਹੋਣਾ ਨੇ ਇਹਦਾ ਉੱਥੇ ਜ਼ਿਕਰ ਕੀਤਾ ਹੈ ਜਲ ਦਾ, ਵੀ ਇੱਕ ਦੇ ਵਿੱਚ ਦੁੱਧ ਸੀ ਤੇ ਇੱਕ 'ਚ ਜਲ ਸੀ। ਦੁੱਧ ਉਹ ਆਪਣੇ ਧਰਮ ਵਾਸਤੇ ਤੇ ਜਲ ਉਹ ਹਿੰਦੂ ਧਰਮ ਵਾਸਤੇ ਲਿਆਇਆ। ਤੇ ਕਹਿੰਦੇ ਨੇ ਜਦੋਂ ਮਹਾਰਾਜ ਸਾਹਿਬ ਜੀ ਵੱਲ ਨੂੰ ਉਹ ਦੋ ਕੁੱਜੀਆਂ ਕੀਤੀਆਂ ਨਾ ਉਹਨੇ, ਤੇ ਵਿਦਵਾਨ ਲੋਕ ਲਿਖਦੇ ਨੇ, ਜਸਵੰਤ ਸਿੰਘ ਜੀ ਨੇ ਜ਼ਿਕਰ ਕੀਤਾ ਪਰਵਾਨਾ ਸਾਹਿਬ ਹੋਣਾ ਨੇ, ਉਹ ਕਹਿੰਦੇ ਵੀ ਜਦੋਂ ਮਹਾਰਾਜ ਸਾਹਿਬ ਜੀ ਵੱਲ ਦੋ ਕੁੱਜੀਆਂ ਕੀਤੀਆਂ ਨਾ, ਤੇ ਦੋਵੇਂ ਕੁੱਜੀਆਂ ਮਹਾਰਾਜ ਸਾਹਿਬ ਨੇ ਹੱਥ ਮਾਰ ਕੇ ਰੋੜ ਦਿੱਤੀਆਂ ਸੀਗੀਆਂ। ਕਹਿੰਦੇ ਰੋੜਨ ਤੋਂ ਬਾਅਦ ਉਹ ਦੋ ਕੁੱਜੀਆਂ ਦੇ ਵਿੱਚੋਂ ਨਿਕਲਿਆ ਦੁੱਧ ਤੇ ਪਾਣੀ ਦੀ ਧਾਰ। ਭਾਵੇਂ ਡਿੱਗੀ ਦੋ ਥਾਵਾਂ 'ਤੇ ਆ, ਪਰ ਜਿੱਧਰ ਨੂੰ ਪਾਣੀ ਦਾ ਨਿਵਾਣ ਸੀ ਨਾ ਜ਼ਮੀਨ ਦਾ, ਉੱਧਰ ਜਦੋਂ ਪਾਣੀ ਗਿਆ ਤੇ ਦੁੱਧ ਤੇ ਪਾਣੀ ਇਕੱਤਰ ਹੋ ਕੇ ਇੱਕੋ ਰੂਪ ਹੋ ਕੇ ਵਹਿਣ ਲੱਗ ਪਏ। ਤੇ ਕਹਿੰਦੇ ਨੇ ਭੀਖਣ ਸ਼ਾਹ ਨੇ ਸਜਦਾ ਕੀਤਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਮੈਂ ਸੋਚਦਾ ਸਾਂ ਕਿ ਸ਼ਾਇਦ ਕਿਸੇ ਧਰਮ ਦਾ ਪੱਖ ਲੈਣਗੇ, ਇਸਲਾਮ ਦਾ ਜਾਂ ਹਿੰਦੂ ਮਤ ਦਾ, ਪਰ ਦੋ ਧਾਰਾਂ ਇਕੱਠੀਆਂ ਇੱਕ ਹੋ ਗਈਆਂ। ਇਹਦਾ ਮਤਲਬ ਹੈ ਵਿਛੜਿਆਂ ਹੋਇਆਂ ਦੂਰ ਹੋਇਆਂ ਨੂੰ ਵੀ ਇੱਕ ਕਰਨਗੇ। ਇੱਥੇ ਧਰਮ ਨੂੰ ਵੱਖਰਿਆਂ ਕਰਨ ਦੀ ਤੇ ਜਾਂਚ ਹੀ ਨਹੀਂ ਹੈ, ਇੱਥੇ ਇੱਕ ਕਰਨ ਦੀ ਜਾਂਚ ਹੈ। ਇਹੀ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੈ। ਚਾਰ ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ। ਕਹਿੰਦੇ ਇੱਦਾਂ ਗੁਰੂ ਨਾਨਕ ਸਾਹਿਬ ਨੇ ਜਿਵੇਂ ਚਾਰ ਵਰਨਾਂ ਨੂੰ ਇੱਕ ਥਾਂ ਇਕੱਠਿਆਂ ਕੀਤਾ ਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਵੀ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਇੱਕ ਜਗ੍ਹਾ 'ਤੇ ਮਹਾਰਾਜ ਸਾਹਿਬ ਇਕੱਤਰ ਕਰਨਗੇ। ਇੱਕ ਨਜ਼ਰ ਦੇ ਨਾਲ ਹੀ ਸਭ ਨੂੰ ਦੇਖਣਗੇ, ਕੋਈ ਵਿਤਕਰਾ ਨਹੀਂ ਕਰਨਗੇ। ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨਬੋ ਦੇ ਸਿਧਾਂਤ ਨੂੰ ਮੰਨਣਗੇ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ, ਐਸਾ ਸਿਧਾਂਤ ਹੀ ਅਪਣਾਉਣਗੇ। ਕਹਿੰਦੇ ਨੇ ਭੀਖਣ ਸ਼ਾਹ ਮੰਨ ਗਿਆ, ਚਰਨਾਂ ਵਿੱਚ ਸਿਜਦਾ ਕਰਕੇ ਕਹਿੰਦਾ ਜੀ ਮੈਂ ਤੇ ਤੁਹਾਡਾ ਨਿਮਾਣਾ ਜਿਹਾ ਦਾਸ ਆ। ਮੈਨੂੰ ਤੇ ਹੁਣ ਸਮਝ ਆਈ ਹੈ ਵੀ ਤੁਸੀਂ ਕਿਸੇ ਇੱਕ ਦੇ ਨਹੀਂ, ਤੁਸੀਂ ਤੇ ਸਾਰੀ ਦੁਨੀਆ ਦੇ ਹੋ।
ਤੇ ਸੱਚ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਾਤਸ਼ਾਹ ਜੀ ਸਮੁੱਚੀ ਕਾਇਨਾਤ ਦੇ ਹਨ। ਜਿਹੜਾ ਵੀ ਕੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਯਾਦ ਕਰਦਾ ਹੈ ਸਤਿਗੁਰੂ ਉਹਨਾਂ ਦੇ ਹੀ ਨੇ। ਕਹਿੰਦੇ ਇਸੇ ਤਰ੍ਹਾਂ ਹੀ ਸਤਿਗੁਰੂ ਗਰੀਬ ਨਵਾਜ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰਕੇ ਭੀਖਣ ਸ਼ਾਹ ਉਸ ਵੇਲੇ ਕਹਿਣ ਲੱਗਾ ਹੈ, ਅਤ ਆਨੰਦ ਮਨ ਮੈਂ ਹੋਏ ਆਇਓ। ਕਹਿੰਦਾ ਮਨ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਗਿਆ ਹੈ। ਕਿੱਥੇ ਸ਼ੰਕੇ ਫੁਰਨੇ ਪੈਦਾ ਹੋਏ ਸਨ, ਕਿੱਥੇ ਸ਼ੰਕੇ ਤੇ ਫੁਰਨੇ ਲਈ ਫਿਰਦਾ ਸਾਂ। ਗੁਰੂ ਗੋਬਿੰਦ ਸਿੰਘ ਨੇ ਆਪਣੇ ਛੋਟੇ ਜਿਹੇ ਪਵਿੱਤਰ ਹੱਥ ਕੁੱਜੀਆਂ ਤੇ ਧਰ ਕੇ ਮੇਰੇ ਸਾਰੇ ਦੇ ਸਾਰੇ ਸ਼ੰਕੇ ਮੁਕਾ ਦਿੱਤੇ, ਭਰਮ ਮੁੱਕ ਗਏ। ਤੇ ਜੀਵਨ 'ਚ ਆਨੰਦ ਵੀ ਉਦੋਂ ਹੈ ਜਦੋਂ ਭਰਮ ਰਹਿਤ ਜ਼ਿੰਦਗੀ ਹੋਵੇ, ਸ਼ੰਕਿਆਂ ਤੋਂ ਰਹਿਤ ਜ਼ਿੰਦਗੀ ਹੋਵੇ, ਭਰੋਸੇ ਵਾਲੀ ਜ਼ਿੰਦਗੀ ਹੋਵੇ ਤੇ ਆਨੰਦ ਉਹਦੇ ਵਿੱਚ ਆ। ਤੇ ਕਵੀ ਸਾਹਿਬ ਦੱਸਦੇ ਆ ਵੀ ਭੀਖਣ ਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬਾਰ-ਬਾਰ ਬੰਦਨਾ ਕਰਦਾ ਏ, ਸਜਦਾ ਕਰਦਾ, ਨਮਸਕਾਰ ਕਰਕੇ ਕਹਿੰਦਾ ਮਹਾਰਾਜ ਜੀਵਨ 'ਚ ਆਨੰਦ ਪੈਦਾ ਹੋ ਗਿਆ ਹੈ। ਤਸ ਕਰ ਤਪ ਕੋ ਫਲ ਜਨ ਪਾਇਓ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਸਾਰੇ ਹੀ ਦੁਸ਼ਕਰ ਤਪ ਕੋ ਫਲ ਜਨ ਪਾਇਓ। ਜਿਹੜੇ ਦੁਸ਼ਕਰਮ ਕਰਨ ਵਾਲੇ ਸਨ, ਭੈੜੇ ਮੰਦ ਕਰਮੀ ਕਰਨ ਵਾਲੇ ਸਨ, ਉਹਨਾਂ ਨੂੰ ਵੀ ਗੱਲ ਨਾ ਲਾਓਗੇ। ਭਾਵ ਡਿੱਗਿਆਂ ਹੋਇਆਂ ਨੂੰ, ਮੰਦ ਕਰਮੀਆਂ ਨੂੰ, ਮਾੜੇ ਰਾਹ 'ਤੇ ਗਿਆ ਹੋਇਆਂ ਨੂੰ, ਭਟਕਿਆਂ ਹੋਇਆਂ ਮਨਮੁਖਾਂ ਨੂੰ ਵੀ ਤੁਸੀਂ ਗੁਰਮਤਿ ਨਾਲ, ਸਿੱਖੀ ਨਾਲ, ਰੱਬ ਨਾਲ ਜੋੜ ਕੇ ਪ੍ਰਮਾਤਮਾ ਦਾ ਰਾਹ ਵਿਖਾਵੋਗੇ। ਜਨਮ ਰੰਕ ਜਮ ਨਾਭ ਨਿਧ ਲੈ ਕੇ। ਕਹਿੰਦੇ ਨੇ ਜਿਵੇਂ ਕੋਈ ਕਿਸੇ ਗਰੀਬ ਦੇ ਘਰ ਕੋਈ ਬਾਦਸ਼ਾਹੀ ਬਣ ਕੇ ਖਜ਼ਾਨੇ ਲੈ ਕੇ ਜਨਮ ਪਵੇ, ਇੱਦਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਭੀਖਣ ਸ਼ਾਹ ਜੀ ਦੇ ਭਰਮ ਦੂਰ ਕੀਤੇ ਹਨ। ਇੰਨਾ ਆਨੰਦ ਹੈ ਜਿਵੇਂ ਗਰੀਬ ਨੂੰ ਧਨ ਮਿਲ ਜਾਂਦਾ ਹੈ। ਪ੍ਰਾਣ ਅੰਤ ਤਖ ਜਾਲ ਜਮ ਪੈ ਕੇ। ਜਿਵੇਂ ਕਿਸੇ ਮਨੁੱਖ ਨੂੰ ਮਰਦੇ ਹੋਏ ਪ੍ਰਾਣੀ ਨੂੰ ਪਾਣੀ ਮਿਲ ਜਾਂਦਾ ਹੋਵੇ। ਭਈ ਭਾਵਨੀ ਪੂਰਨ ਸਾਰੀ। ਮਨ ਵਿੱਚ ਸਾਰੀ ਭਾਵਨਾ ਪੂਰੀ ਹੋ ਗਈ। ਸ਼ੀਸ ਨਮਰ ਕਰ ਬੰਧਨ ਤਾਰੀ। ਬਹੁਤ ਅਦਬ ਦੇ ਨਾਲ ਨਮਸਕਾਰ ਬੰਦਨਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ। ਭੀਖਣ ਸ਼ਾਹ ਦੇ ਸਾਰੇ ਸ਼ੰਕੇ ਮੁੱਕੇ। ਬੰਦਨਾ ਹਮੇਸ਼ਾ ਮਨੁੱਖ ਉੱਥੇ ਕਰਦਾ ਹੈ, ਸਜਦਾ ਉੱਥੇ ਕਰਦਾ ਹੈ ਜਿਹੜਾ ਬਲਵਾਨ ਹੋਵੇ, ਜਿਹੜਾ ਪੂਜਣਯੋਗ ਹੋਵੇ, ਜਿਹੜਾ ਸਤਿਕਾਰਯੋਗ ਹੋਵੇ, ਜਿਹਦੇ ਅੱਗੇ ਆਪਣਾ ਬਲ ਹਾਰਿਆ ਜਾਂਦਾ ਹੋਵੇ, ਜਿੱਥੇ ਆਪਣੀ ਤਾਕਤ ਬਿਲਕੁਲ ਖਤਮ ਹੋਈ ਸਮਝੀ ਜਾਵੇ, ਉੱਥੇ ਹੀ ਸਜਦਾ ਹੈ, ਉੱਥੇ ਹੀ ਬੰਦਨਾ ਹੁੰਦੀ ਹੈ। ਕਹਿੰਦੇ ਨੇ ਜਿਹੜੋ ਮਨ ਵਿੱਚ ਸ਼ੰਕੇ ਸੀ, ਮਨ ਵਿੱਚ ਕਿਸੇ ਪ੍ਰਕਾਰ ਦੇ ਵਲਵਲੇ ਚੱਲਦੇ ਸਨ, ਤਾਂ ਉਸ ਵੇਲੇ ਬੰਦਨਾ ਨਹੀਂ ਹੋਈ। ਪਰ ਸ਼ੰਕੇ ਮੁੱਕ ਜਾਣ ਤੋਂ ਬਾਅਦ ਜਿਹੜੀ ਬੰਦਨਾ ਹੁੰਦੀ ਹੈ ਨਾ, ਉਹ ਤਾਂ ਸਮਰਪਿਤ ਭਾਵਨਾ ਦੀ ਬੰਦਨਾ ਹੈ। ਜਦੋਂ ਭਾਈ ਲਹਿਣਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੰਦਨਾ ਕੀਤੀ ਨਾ, ਤਾਂ ਇਹ ਉਹ ਬੰਦਨਾ ਕੀਤੀ ਸੀ ਜਦੋਂ ਮਨ ਕੇਵਲ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਲਾ ਹੋ ਗਿਆ ਹੈ। ਜਦੋਂ ਮਨ ਦੇ ਸਾਰੇ ਫੁਰਨੇ ਮੁੱਕ ਗਏ, ਸ਼ਿਕਵੇ ਸ਼ਿਕਾਇਤਾਂ ਸਭ ਖਿਆਲ ਖਤਮ ਹੋ ਗਏ, ਕੇਵਲ ਸਤਿਗੁਰੂ ਸਾਹਿਬ ਗੁਰੂ ਨਾਨਕ ਦੇ ਦੀਦਾਰ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਦੀ ਚਾਹਤ ਹੀ ਰਹਿ ਗਈ ਸੀ। ਉਦੋਂ ਜਿਹੜਾ ਸਜਦਾ ਹੋਇਆ ਨਾ ਭਾਈ ਲਹਿਣਾ ਸਾਹਿਬ ਜੀ ਦਾ, ਉਹ ਸਜਦਾ ਐਸਾ ਸੀ ਪਿਆਰ ਵਾਲਿਓ ਵੀ ਫਿਰ ਮੁੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਹੀ ਆਸਰਾ ਸੀ। ਫਿਰ ਗੁਰੂ ਦੇ ਹੀ ਹੋ ਗਏ। 21 ਸਾਲ 20 ਸਾਲ ਲਗਾਤਾਰ ਕਦੀ ਕਿਤੇ ਬੰਦਨਾ ਕੀਤੀਆਂ, ਕਦੀ ਕਿਤੇ ਸਿਰ ਝੁਕਾਏ, ਕਦੀ ਕਿਤੇ ਜਾ ਡੰਡੌਤ ਕੀਤੀਆਂ। ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੰਦਨਾ ਕਰ ਲਈ, ਉਸ ਤੋਂ ਬਾਅਦ ਕਦੇ ਕਿਸੇ ਹੋਰ ਥਾਂ 'ਤੇ ਮੁੜ ਕੇ ਬੰਦਨਾ ਹੀ ਨਹੀਂ ਕੀਤੀ, ਕਿਤੇ ਕੋਈ ਨਮਸਕਾਰ ਹੀ ਨਹੀਂ ਕੀਤੀ। ਇਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਗੁਰੂ ਅੰਗਦ ਦੇ ਜਿਵੇਂ ਸਮਰਪਿਤ ਹੋ ਗਏ, ਸ਼ੰਕੇ ਮੁੱਕ ਗਏ। ਜਿਵੇਂ ਭਾਈ ਮੰਝ ਸਾਹਿਬ ਦੇ
ਭਰਮ ਮੁੱਕ ਗਏ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਝੁਕ ਗਏ। ਮਨ ਦੀ ਕਬਰ ਅੰਦਰੋਂ ਢਹਿ ਗਈ ਤੇ ਘਰ ਦੀ ਆਪੇ ਢਾ ਦਿੱਤੀ। ਭਾਈ ਬਹਿਲੋ ਦੇ ਭਰਮ ਜਾਲ ਮੁੱਕ ਗਏ ਤੇ ਘਰ ਚੋਂ ਪੀਰਖਾਨਾ ਚੁੱਕ ਦਿੱਤਾ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਦੇ ਬੇਅੰਤ ਗੁਰਸਿੱਖ ਭਾਈ ਬਹਿਲੋ ਵਰਗੇ, ਭਾਈ ਮੰਝ, ਭਾਈ ਵਿਧੀਆ, ਭਾਈ ਪਿਰਾਣਾ, ਭਾਈ ਲੰਗਾ, ਭਾਈ ਪੈੜਾ ਆਦਿਕ ਗੁਰਸਿੱਖਾਂ ਗੁਰੂ ਪਾਤਸ਼ਾਹ ਨੇ ਜਿਵੇਂ ਜਿਵੇਂ ਰਾਹ ਗੁਰਮਤਿ ਦਾ ਦੱਸਿਆ, ਭਰਮ ਮੁੱਕੇ, ਗੁਰਸਿੱਖੀ ਦੇ ਰਾਹ ਤੁਰੇ। ਜਿਨ੍ਹਾਂ ਜਿਨ੍ਹਾਂ ਦੇ ਭਰਮ ਮੁੱਕ ਜਾਂਦੇ ਬੰਧਨਾਂ ਉਹ ਕਰਦੇ ਨੇ। ਇੱਦਾਂ ਜਿਵੇਂ ਭੀਖਣ ਸ਼ਾਹ ਦੇ ਭਰਮ ਮੁੱਕ ਗਏ, ਸੀਸ ਨਮਰ ਕਰ ਬੰਧਨ ਧਾਰੀ, ਬੜੇ ਅਦਬ ਦੇ ਨਾਲ ਬੰਧਨਾ ਕਰੀ ਹੈ। ਘਟ ਕਾ ਦਈ ਮਰੀਦਨ ਹਾਥ, ਤੇ ਦੋ ਜਿਹੜੀਆਂ ਕੁੱਜੀਆਂ ਸੀਗੀਆਂ ਨਾ ਉਹ ਮੁਰੀਦਾਂ ਦੇ ਹੱਥ ਫੜਾਈਆਂ ਨੇ। ਭਾਰ ਲੋਚਨ ਦਰਸ਼ਤ ਗੁਰਨਾਥ, ਭਾਰ ਲੋਚਨ ਦਰਸ਼ਤ ਗੁਰਨਾਥ। ਮਹਾਰਾਜ ਸਾਹਿਬ ਜੀ ਨੂੰ ਅੱਖਾਂ ਭਰ ਭਰ ਕੇ ਐ ਟਿਕ ਟਿਕੀ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰ ਰਿਹਾ ਸੀ ਭੀਖਣ ਸ਼ਾਹ। ਬਹੁਤ ਛੋਟੀ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਅਜੇ ਕੁਝ ਦਿਨਾਂ ਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਇੱਕ ਕੰਬਲੀ ਵਿੱਚ ਲਪੇਟਿਆ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਮਾਮਾ ਕਿਰਪਾਲ ਚੰਦ ਨੇ ਚੁੱਕਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਦੇ ਸੋਹਣੇ ਮੁਖੜੇ ਚਿਹਰੇ ਨੂੰ ਦੇਖ ਰਿਹਾ ਹੈ ਭੀਖਣ ਸ਼ਾਹ। ਬਾਰ ਬਾਰ ਐ ਲੋਚਣ ਭਰ ਭਰ ਕੇ ਦੋਏ ਦੋਏ ਲੋਚਣ ਪੇਖਾਂ, ਹਉ ਹਰ ਬਿਨ ਅਵਰ ਨਾ ਦੇਖਾਂ, ਨੈਣ ਰਹੇ ਰੰਗ ਲਾਈ, ਅਬ ਬੇ ਗੱਲ ਕਹਿਣ ਨਾ ਜਾਈ। ਇਹੋ ਜਿਹੀ ਦ੍ਰਿਸ਼ਟੀ, ਇਹੋ ਜਿਹੀ ਸਮਰਪਿਤ ਭਾਵਨਾ ਦੇ ਨਾਲ ਦੀਦਾਰ ਕਰ ਰਹੇ ਸਨ ਭੀਖਣ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ। ਅਰਪਹਿ ਆਨਿਕ ਉਪਾਇਨ ਦਾਸ, ਭੀਖਣ ਸ਼ਾਹ ਨੇ ਜਦੋਂ ਵੇਖਿਆ ਮੇਰੀਆਂ ਸ਼ੰਕਾ ਮੁੱਕ ਗਈਆਂ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਅਨੇਕਾਂ ਭੇਟਾਵਾਂ ਅਰਪਣ ਕੀਤੀਆਂ। ਜੋਰ ਹਾਥ ਕਰਤੇ ਅਰਦਾਸ, ਹੱਥ ਜੋੜ ਕਰਕੇ ਅਰਦਾਸ ਕਰੀ ਹੈ। ਬਾਸਤਰ ਬੈ ਭੂਖਣ ਦਰਬ ਅਗਾਰੇ, ਕਹਿੰਦੇ ਬਸਤਰ ਵਿਭੂਖਣ ਦਰਬ ਅਗਾਰੇ। ਕਹਿੰਦੇ ਮਹਾਰਾਜ ਸਾਹਿਬ ਵਾਸਤੇ ਨਾ ਭੀਖਣ ਸ਼ਾਹ ਨੇ ਸੋਹਣੇ ਸੋਹਣੇ ਬਸਤਰ, ਗਹਿਣੇ, ਕੁਝ ਮਾਇਆ ਭੇਟਾ ਕੀਤੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਖੁਸ਼ੀ ਮਾਣਨ ਵਾਸਤੇ। ਤਰਹਿ ਆਨ ਸਿੱਖ ਸੰਗਤ ਸਾਰੇ, ਬੇਅੰਤ ਸੰਗਤਾਂ ਹੋਰ ਵੀ ਭੀਖਣ ਸ਼ਾਹ ਦੇ ਵੱਲ ਵੇਖ ਕੇ ਬੇਅੰਤ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਬਸਤਰ, ਗਹਿਣੇ ਆਦਿਕ ਭੇਟਾ ਕੀਤੇ ਹਨ। ਉਹ ਪੰਚਾਮ੍ਰਿਤ ਕੋ ਕਰਵਾਏ, ਤੇ ਕੋਈ ਕੜਾਹ ਪ੍ਰਸ਼ਾਦ ਦੀ ਦੇ ਕਰਵਾ ਰਿਹਾ ਸੀ। ਆਨਿਓ ਸਤਿਗੁਰ ਢਗ ਵਰਤਾਏ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਅਰਦਾਸ ਕਰਕੇ ਵਰਤਾ ਦਿੰਦਾ। ਚਤਰ ਘਟੀ ਲਗ ਦਰਸ਼ਨ ਦੀਨਸ, ਕਹਿੰਦੇ 4 ਘੜੀ ਗੁਰੂ ਸਾਹਿਬ ਪਾਤਸ਼ਾਹ ਦੇ ਸੰਗਤ ਦਰਸ਼ਨ ਕਰਦੀ ਰਹੀ ਹੈ। ਸਿੱਖ ਸੰਗਤ ਉਤਸ਼ਾਹ ਸੁਕੀਨਸ, ਬਹੁਤ ਸੰਗਤ ਉਤਸ਼ਾਹ ਨਾਲ ਭਰੀ ਹੋਈ ਹੈ। ਸਭ ਨੇ ਦਰਸ਼ਨ ਕਾਰਨ ਜਾਣਾ, ਸਾਰਿਆਂ ਨੇ ਦਰਸ਼ਨ ਕੀਤੇ ਪਰ ਭੀਖਣ ਸ਼ਾਹ ਦੀ ਅਲੱਗ ਹੀ ਖੁਸ਼ੀ ਸੀ। ਭੀਖਣ ਸ਼ਾਹ ਦੀ ਖੁਸ਼ੀ ਦਾ ਕਈਆਂ ਨੇ ਕਾਰਨ ਪੁੱਛਿਆ ਹੈ। ਬੈਠ ਪੀਰ ਹਟ ਕਿਉ ਮਹਾਨਾ, ਤੇ ਪੀਰ ਬੈਠ ਕੇ ਨਾ ਬੜੇ ਖੁਸ਼ੀ ਦੇ ਨਾਲ ਉਸ ਵੇਲੇ ਸਾਰਿਆਂ ਨੂੰ ਦੱਸਣ ਲੱਗਾ ਹੈ। ਜਾਤੇ ਦਰਸ਼ਨ ਸਭ ਕੋ ਭਇਓ, ਕਹਿੰਦਾ ਹੈ ਤੁਸੀਂ ਜਿਸ ਦੇ ਦਰਸ਼ਨ ਕਰਦੇ ਪਏ ਹੋ ਜਿਹੜਾ ਮਹਾਨ ਪੈਗੰਬਰ ਹੈ, ਅਲਪ ਰੂਪ ਸੁੰਦਰ ਗੁਰਦਇਓ, ਇਹ ਬਹੁਤ ਸੁੰਦਰ ਰੂਪ ਪਰਮਾਤਮਾ ਦਾ ਹੈ। ਅਕਾਲ ਪੁਰਖ ਵਾਹਿਗੁਰੂ ਆਪ ਇਸ ਸ੍ਰਿਸ਼ਟੀ ਉੱਪਰ ਆਇਆ ਹੈ। ਇੰਨਾ ਸੁੰਦਰ ਸਵਰੂਪ ਜੋ ਇਸ ਬਾਲ ਅਵਸਥਾ ਵਿੱਚ ਵੀ ਹਿਰਦੇ ਦੀ ਜਾਣਦਾ ਹੈ, ਸਾਡੇ ਮਨ ਦੇ ਸ਼ੰਕੇ ਨਿਰਵਿਰਤ ਕਰ ਰਿਹਾ ਹੈ। ਸਾਹੋ ਭੀਖ ਸੋ ਮਿਲ ਸਿੱਖ ਸਾਰੇ, ਭੀਖਣ ਸ਼ਾਹ ਨੂੰ ਉਸ ਨਗਰ ਦੇ ਲੋਕ
ਆਣ ਆਣ ਕੇ ਮਿਲਣ ਲੱਗ ਪਏ ਹਨ। ਧੰਨ ਪੀਰ ਜੀ ਕਹਿਤ ਨਿਹਾਰੇ। ਤੇ ਕਹਿੰਦੇ ਧੰਨ ਪੀਰ ਜੀ, ਤੁਸੀਂ ਧੰਨ ਹੋ, ਤੁਸੀਂ ਜੋ ਸਿਫਤਾਂ ਕਰ ਰਹੇ ਜੇ ਸੱਚ ਆ। ਪਿਆਰਿਓ, ਗੁਰੂ ਸਾਹਿਬ ਨੂੰ ਆਪੋ ਆਪਣਾ ਵੇਖਣ ਦਾ ਨਜ਼ਰੀਆ ਹੁੰਦਾ ਏ। ਕਿਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਸਿਰਫ ਬੱਚਿਆਂ ਵਾਂਗ ਬਾਲਕ ਦਿਸਦੇ ਪਏ ਨੇ, ਤੇ ਭੀਖਣ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਪਰਮਾਤਮਾ ਦਾ ਰੂਪ ਦਿਸਦੇ ਪਏ ਨੇ। ਕਿਸੇ ਨੂੰ ਲੱਗ ਰਿਹਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇੱਕ ਬੱਚਿਆਂ ਵਾਂਗ ਛੋਟਾ ਸੋਹਣਾ ਜਿਹਾ ਬੱਚਾ ਹੀ ਹੈ, ਪਰ ਭੀਖਣ ਸ਼ਾਹ ਕਹਿੰਦਾ ਏ ਨਹੀਂ ਦੁਨੀਆ ਦੇ ਲੋਗੋ, ਇਹ ਆਮ ਬੱਚਿਆਂ ਵਰਗਾ ਬੱਚਾ ਨਹੀਂ, ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਇਸ ਨੂੰ ਆਮ ਮਨੁੱਖ ਨਾ ਜਾਣਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਰਾਜ ਨੇ ਜ਼ਿਕਰ ਕੀਤਾ ਏ, ਕਹਿੰਦੇ ਗੁਰੂ ਸਾਹਿਬ ਨੂੰ ਕਦੇ ਵੀ ਆਮ ਮਨੁੱਖ ਨਹੀਂ ਸਮਝਣਾ। ਮਾਨੁਖ ਕਾ ਕਰ ਰੂਪ ਨਾ ਜਾਣ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਆ ਮਾਲਕ ਅਕਾਲ ਪੁਰਖ ਦਾ ਰੂਪ ਹੈ ਗੁਰੂ, ਤੇ ਗੁਰੂ ਨੂੰ ਕਦੇ ਮਨੁੱਖ ਨਹੀਂ ਸਮਝਣਾ, ਕਦੇ ਮਨੁੱਖ ਨਹੀਂ ਜਾਣਨਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਮਨੁੱਖ ਦੇ ਰੂਪ ਵਿੱਚ ਨਹੀਂ ਸਨ ਵੇਖ ਰਹੇ ਭੀਖਣ ਸ਼ਾਹ। ਜੇ ਭੀਖਣ ਸ਼ਾਹ ਵੇਖ ਰਹੇ ਨੇ ਤਾਂ ਉਹ ਪਰਮੇਸ਼ਰ ਰੂਪ ਵੇਖ ਰਹੇ ਨੇ। ਸਭ ਕੋ ਦਰਸ਼ਨ ਤੁਮ ਕਰਵਾਇਬ। ਸਾਰਿਆਂ ਨੂੰ ਕਿਹਾ ਵੀ ਜੇ ਤੁਸੀਂ ਦਰਸ਼ਨ ਕਰਨੇ ਨੇ ਨਾ ਇਸ ਬਾਲਕ ਦੇ, ਬੱਚੇ ਦੇ, ਤਾਂ ਇਦਾਂ ਦਰਸ਼ਨ ਕਰੋ ਜਿੱਦਾਂ ਮੈਂ ਕਰ ਰਿਹਾ, ਜਿੱਦਾਂ ਤੁਹਾਨੂੰ ਮੈਂ ਦੱਸ ਰਿਹਾ, ਜਿਵੇਂ ਮੈਂ ਵੇਖ ਰਿਹਾ ਹਾਂ। ਭਾ ਉਤਸਾਹ ਸਿੱਖ ਹਰ ਖਾਇਬ। ਤੇ ਕਹਿੰਦੇ ਨੇ ਭਾਗ ਮਸਾਇਲ, ਬਹੁਤ ਸਾਰੇ ਸਿੱਖਾਂ ਦੇ ਮਨਾਂ ਵਿੱਚ ਖੁਸ਼ੀ ਪੈਦਾ ਹੋਈ ਹੈ। ਸ੍ਰੀ ਗੁਰ ਕੋ ਅੰਤਰ ਲੈ ਗਏ। ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਅੰਦਰ ਲੈ ਗਏ ਹਨ। ਪਾਨ ਸਿੱਖ ਨਿਜ ਨਿਜ ਸਦਨ ਸਦਹੇ। ਫਿਰ ਜਿਹੜੀ ਸੰਗਤ ਦਰਸ਼ਨ ਕਰਨ ਆਈ ਸੀ ਨਾ, ਮਹਾਰਾਜ ਸਾਹਿਬ ਦੇ ਦੀਦਾਰ ਕਰਨ ਆਈ ਸੀ, ਉਹ ਫਿਰ ਵਾਪਸ ਮੁੜ ਮੁੜ ਕੇ ਆਪਣੇ ਘਰਾਂ ਵੱਲ ਨੂੰ ਜਾਣ ਲੱਗ ਪਏ। ਤਵੇ ਪੀਰ ਜੀ ਖਾਣਾ ਖਾਇਓ। ਤਾਂ ਫਿਰ ਪੀਰ ਜੀ ਹੁਣਾਂ ਨੇ ਉਸ ਵੇਲੇ ਪ੍ਰਸ਼ਾਦਾ ਛਕਿਆ ਤੇ ਮਨ ਵਿੱਚ ਇੰਨਾ ਪ੍ਰਣ ਕੀਤਾ ਸੀ ਵੀ ਜਿੰਨਾ ਚਿਰ ਤੱਕ ਦਰਸ਼ਨ ਨਹੀਂ ਹੁੰਦੇ ਓਨੀ ਦੇਰ ਤੱਕ ਖਾਣਾ ਨਹੀਂ ਸੀ ਖਾਣਾ। ਪੀਰ ਹੁਣਾਂ ਨੇ ਇਸ ਗੱਲ ਦਾ ਪ੍ਰਣ ਕਰ ਲਿਆ ਸੀ, ਜੇ ਪ੍ਰਸ਼ਾਦੇ ਛਕਦੇ ਰਹਿੰਦੇ, ਬੈਠੇ ਰਹਿੰਦੇ, ਤੇ ਭਾਵੇਂ ਹਫ਼ਤਾ ਬਹਿ ਰਹਿੰਦੇ ਤੇ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਸੀ ਪੈਣਾ। ਪਰ ਫਿਰ ਵੀ ਇੱਕ ਸਿਦਕ ਵੇਖਿਆ, ਇੱਕ ਪਿਆਰੇ ਦੀ ਭਾਵਨਾ ਦੇਖੀ, ਇੱਕ ਪੀਰ ਦਾ ਪਿਆਰ ਦੇਖਿਆ ਗੁਰੂ ਪ੍ਰਤੀ, ਇੱਕ ਸ਼ਰਧਾਲੂ ਦੀ ਸ਼ਰਧਾ ਦੇਖੀ ਗਈ, ਇੱਕ ਪ੍ਰੇਮੀ ਦਾ ਪਿਆਰ ਦੇਖਿਆ ਗਿਆ। ਇਸ ਕਰਕੇ ਮਾਤਾ ਨਾਨਕੀ ਸਾਹਿਬ ਨੇ ਆਗਿਆ ਦਿੱਤੀ ਸੀ ਵੀ ਦਰਸ਼ਨ ਕਰਾ ਦਿਓ। ਤਾਂ ਫਿਰ ਦਰਸ਼ਨ ਕਰਨ ਤੋਂ ਬਾਅਦ ਪੀਰ ਭੀਖਣ ਸ਼ਾਹ ਨੇ ਪ੍ਰਸ਼ਾਦਾ ਛਕਿਆ ਸੀ। ਪਰਬ ਕਾਮਨਾ ਤੇ ਹਰ ਖਾਇਓ। ਫਿਰ ਮਨੋ ਕਾਮਨਾ ਉਸ ਦੀ ਪੂਰੀ ਹੋਈ ਤੇ ਬੜਾ ਖੁਸ਼ ਹੋਇਆ ਹੈ। ਉਤੇ ਮਰੀਦ ਸੋ ਬੂਝਣ ਲਾਗੇ। ਉਸ ਵੇਲੇ ਮੁਰੀਦ ਪੁੱਛਣ ਲੱਗੇ ਹਨ, ਘਟੀ ਜੁਲਈ ਪੀਰ ਜੀ ਆਗੇ। ਕਹਿੰਦੇ ਪੀਰ ਜੀ ਆ ਜਿਹੜੀਆਂ ਦੋ ਘੜੀਆਂ ਛੋਟੇ ਛੋਟੇ ਦੋ ਕੁੱਜੇ ਜਿਹੜੇ ਨੇ ਇਹ ਤੁਸੀਂ ਅੱਗੇ ਕੀਤੇ ਸੀਗੇ। ਨਹੀਂ ਗੁਰੂ ਕਹੋ ਅਰਧ ਅਰਪਣ ਕਰੇ। ਅਸੀਂ ਤੇ ਸੋਚਿਆ ਸ਼ਾਇਦ ਤੁਸੀਂ ਕੁਝ ਭੇਟਾ ਕਰਨਾ, ਅਰਪਣ ਕਰਨਾ ਹੋਣਾ, ਪਰ ਤੁਸੀਂ ਵਾਪਸ ਰੱਖ ਲਏ, ਫਿਰ ਵਾਪਸ ਲੈ ਲਏ, ਅਰਪਣ ਨਹੀਂ ਕੀਤੇ ਤੁਸੀਂ। ਕਾਰਜ ਕੌਣ ਐਨ ਹੋਤੇ ਸਰੇ। ਕਿਹੜਾ ਕੰਮ ਜਿਹੜਾ ਤੁਹਾਡਾ ਕਰਨ ਵਾਲਾ ਹੈ ਇਹਨਾਂ ਦੇ ਰਾਹੀਂ। ਜਮ ਲਏ ਗਏ ਤਥਾ ਲੈ ਆਏ। ਜਿੱਦਾਂ ਲੈ ਕੇ ਗਏ ਸੀ ਤੁਸੀਂ ਉਦਾਂ ਹੀ ਵਾਪਸ ਲੈ ਕੇ ਆ ਗਏ ਹੋ। ਬਾਦ ਕਰਤ ਇਹ ਪਰਹਿ ਲਖਾਏ। ਤੇ ਇਹ ਕਿਹੜੀ ਖੇਡ ਹੈ, ਬਾਦ ਕ੍ਰਿਤ ਇਹ ਪਰੇ ਲਖਾਏ। ਤੇ ਇਹ ਗੱਲ ਸਾਨੂੰ ਤੁਹਾਡੀ ਸਮਝ ਵਿੱਚ ਨਹੀਂ ਆਈ। ਇਹ ਹਮ ਕੋ ਕੁਛ ਪਰਹਿ ਨਾ ਚੀਨੇ। ਇਹ ਸਾਨੂੰ ਸਮਝਾ ਦਿਓ ਵੀ ਤੁਸੀਂ ਵਾਪਸ ਕਿਉਂ ਲਿਆਂਦੇ। ਕਉ ਤਰ ਹੱਥ ਅਗਾਰੀ ਕੀਨੇ। ਕਿਉਂ ਤੁਸੀਂ ਅੱਗੇ ਕੀਤੇ ਸੀ ਦੋਵੇਂ ਕੁੱਜੇ। ਸਾਹੁ ਭੀਖ ਨੇ ਸੁਨਤ ਬਖਾਨਾ। ਭੀਖਣ ਸ਼ਾਹ ਸੁਣ ਕੇ ਕਹਿਣ ਲੱਗਾ ਹੈ, ਇਹ ਅਵਤਰਿਓ ਪਰ ਕਮਾਨਾ। ਕਹਿੰਦਾ ਇਹ ਆਮ ਬਾਲਕ ਨਹੀਂ,
ਇਹ ਅਵਤਾਰਾਂ ਦਾ ਅਵਤਾਰ ਮਹਾਨ ਪੁਰਖ ਹੈ। ਤੁਰਕਨ ਤੇਜ ਮਿਟਾਵਨ ਕਾਰਨ, ਤੁਰਕਾਂ ਹੰਕਾਰੀਆਂ ਦਾ ਪ੍ਰਤਾਪ ਮੁਕਾ ਦੇਵੇਗਾ। ਆਪਨ ਪੰਥ ਜਗ ਮਹਿ ਵਿਸਤਾਰਨ, ਆਪਣਾ ਪੰਥ ਜਗਤ ਵਿੱਚ ਫੈਲਾਵੇਗਾ। ਮੈਂ ਕੀਨ ਸੇ ਮਨ ਕੇ ਸਾਥ, ਇਸ ਕਰਕੇ ਇਸ ਆਪਣੇ ਮਨ ਦੇ ਭਾਵਨਾ ਖਿਆਲ ਵਿਚਾਰ ਇਕੱਠੇ ਕਰਕੇ ਲੈ ਕੇ ਆਇਆ ਸਾ। ਮੈਂ ਆਪਣੇ ਹੱਥ 'ਚ ਧਰੀਆਂ ਹੋਈਆਂ ਦੋਵੇਂ ਕੁੱਜੀਆਂ ਤਰਹੇ ਜੇ ਦੋਐ ਪਰ ਦੋਨੋਂ ਹਾਥ, ਕਿ ਉਹਨਾਂ ਅੱਗੇ ਕੀਤੀਆਂ ਵੀ ਦੋਵੇਂ ਧਰ ਜਿਹੜੇ ਦੋਵੇਂ ਹੱਥ ਸੀ ਉਹਨਾਂ ਕੁੱਜੀਆਂ ਤੇ ਧਰੇ ਨੇ। ਹਿੰਦੂ ਤੁਰਕ ਰਹਿ ਜਗ ਦੂ, ਵੀ ਇਹ ਮੈਂ ਸੋਚਦਾ ਸੀ ਵੀ ਪਤਾ ਨਹੀਂ ਜੇ ਇਹ ਅਵਤਾਰ ਆਏ ਨੇ ਤੇ ਕਿਹਦਾ ਪੱਖ ਲੈਣਗੇ, ਹਿੰਦੂ ਦਾ ਕਿ ਮੁਸਲਮਾਨ ਦਾ। ਜੇ ਹਿੰਦੂ ਦਾ ਪੱਖ ਲੈਣਗੇ ਤੇ ਮੁਸਲਮਾਨ ਧਰਤੀ ਤੋਂ ਮੁਕਾ ਦੇਣਗੇ, ਤੇ ਜੇ ਇਹ ਮੁਸਲਮਾਨ ਦਾ ਪੱਖ ਲੈਣਗੇ ਤੇ ਹਿੰਦੂ ਧਰਤੀ ਤੋਂ ਮੁਕਾ ਦੇਣਗੇ। ਮੈਂ ਤੇ ਕਹਿੰਦਾ ਇਸ ਸੋਚ ਨਾਲ ਆਇਆ ਸੀ, ਪਰ ਦੋਵਾਂ ਕੁੱਜੀਆਂ ਤੇ ਹੱਥ ਰੱਖ ਕੇ ਦੱਸ ਦਿੱਤਾ ਕਿ ਇਹਨੇ ਕਿਸੇ ਨੂੰ ਮੁਕਾਉਣਾ ਨਹੀਂ, ਕਿਸੇ ਨੂੰ ਖਤਮ ਨਹੀਂ ਕਰਨਾ, ਇਹਨੇ ਸਾਰੇ ਸੰਸਾਰ ਵਿੱਚ ਇਕਾਂਤ ਹੀ ਪੈਦਾ ਕਰਨਾ ਹੈ। ਇਹ ਕਿਸੇ ਨੂੰ ਖਤਮ ਨਹੀਂ ਕਰੇਗਾ ਗਾ, ਸਗੋਂ ਬਚਾਏਗਾ, ਇਹ ਰੱਖੇਗਾ, ਇਹ ਸਭ ਨੂੰ ਬਰਾਬਰ ਰੱਖੇਗਾ। ਉਪਜਹਿ ਪੰਥ ਰਾਜ ਲੈ ਸੋ, ਇਸ ਦਾ ਰਾਜ ਵੀ ਹੋਏਗਾ, ਇਹ ਪੰਥ ਬੜਾ ਵੱਡਾ ਪੈਦਾ ਕਰ ਦੇਵੇਗਾ। ਜੇ ਇੱਕ ਪਾਰ ਨਿਜ ਹਾਥ ਧਰੰਤੇ, ਕਹਿੰਦਾ ਜੇ ਇੱਕ ਜਗ੍ਹਾ ਦੇ ਉੱਪਰ ਹੱਥ ਰੱਖ ਦੇ ਤਾਂ ਜਗ ਮਹਿ ਤੋ ਨਹੀਂ ਤੁਰਕ ਤਰਹੰਤੇ, ਤਾਂ ਮੈਂ ਸਮਝ ਲੈਣਾ ਹੀ ਵੀ ਫਿਰ ਇੱਕ ਦੀ ਖੈਰ ਨਹੀਂ, ਇੱਕ ਬਚਾਅ ਹੋਏਗਾ, ਜਾਂ ਹਿੰਦੂ ਦਾ ਤੇ ਜਾਂ ਮੁਸਲਮਾਨ ਦਾ, ਤੇ ਇੱਕ ਦੀ ਫਿਰ ਖੈਰ ਨਹੀਂ। ਜੇ ਮੈਂ ਇਦਾਂ ਸੋਚਦਾ ਵੀ ਜੇ ਉਹ ਇੱਕ ਕੁੱਜੀ ਤੇ ਹੱਥ ਧਰਦੇ ਤਾਂ ਐਸ ਪਰਸੀਵਾ ਕਰ ਬੇਹਤ ਆਇਓ, ਮੈਂ ਇਸ ਪ੍ਰਸ਼ਨ ਵਾਸਤੇ ਤੇ ਇਸ ਸ਼ੰਕੇ ਵਾਸਤੇ ਆਇਆ ਸਾਂ। ਉਤੋ ਸਨੇਹ ਹਿਰਦੇ ਬਨਸਾਇਓ, ਤੇ ਮੇਰੇ ਹਿਰਦੇ ਦਾ ਸੰਦੇਹ ਸ਼ੰਕਾ ਮੁੱਕ ਗਿਆ ਹੋਣਾ। ਐਮ ਕਹੇ ਸਾ ਭੀਖ ਹਰ ਖਾਏ, ਐਦਾਂ ਭੀਖਣ ਸ਼ਾਹ ਸੁਣ ਕੇ, ਉਹਦੇ ਮੁਰੀਦ ਸੁਣ ਕੇ ਬੜੇ ਖੁਸ਼ ਹੋਏ। ਹਟ ਮਗ ਗਵਣਿਓ ਪਰ ਨਿਕਸਾਏ, ਤਾਂ ਫਿਰ ਉਸ ਵੇਲੇ ਪਟਨਾ ਸਾਹਿਬ ਤੋਂ ਵਾਪਸ ਨਿਕਲ ਕੇ ਮੁਰੀਦ ਤੇ ਭੀਖਣ ਸ਼ਾਹ ਵਾਪਸ ਚਾਲਾ ਪਾਉਂਦੇ ਹਨ। ਸਣੇ ਸਣੇ ਆਇਓ ਨਿਜ ਦੇਸ਼, ਚਲਦਿਆਂ ਪਟਨੇ ਤੋਂ ਤੁਰ ਕੇ ਵਾਪਸ ਆਪਣੇ ਦੇਸ਼ ਆ ਗਿਆ, ਆਪਣੇ ਨਗਰ ਆ ਗਿਆ ਹੈ। ਸਿਮਰਤ ਹਿਰਦੇ ਖੁਦਾਏ ਅਮੇਸ਼, ਤੇ ਸਿਮਰਤ ਹਿਰਦੈ ਖੁਦਾਏ ਹਮੇਸ਼, ਜਿਹੜਾ ਹਮੇਸ਼ਾ ਹਿਰਦੇ ਦੇ ਅੰਦਰ ਖੁਦਾ ਨੂੰ ਚੇਤੇ ਰੱਖਦੇ ਨੇ। ਲੋਹਰਾ ਵੱਡੀ ਆਰ ਬਲ ਹੋਏ ਜਬ, ਬਿਨ ਸਹੇ ਬੋਲੇ ਬੈਣ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀ ਉਮਰ ਦੇ ਹੋਏ ਤਾਂ ਉਸ ਵੇਲੇ ਕਵੀ ਜੀ ਕਹਿੰਦੇ ਨੇ ਫਿਰ ਮਹਾਰਾਜ ਸਾਹਿਬ ਬੜੇ ਪਿਆਰ ਦੇ ਬੋਲ ਬੋਲਦੇ ਸਨ। ਤਬ ਜਾਤੂ ਮੈਂ ਜਾਚਨਾ ਸਤ ਗੁਰੂ ਕੋ ਪਖਨੈਣ, ਕਹਿੰਦਾ ਜਦੋਂ ਵੱਡੇ ਵੀ ਹੋਣਗੇ ਮੈਂ ਫਿਰ ਦਰਸ਼ਨ ਕਰਾਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਭੀਖਣ ਸ਼ਾਹ ਕਹਿੰਦਾ ਸੀ ਚੌਪਈ ਮੂਰਤ ਮੁਦਤ ਉਦਤ ਜਨ ਬ੍ਰਹੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੂਰਤ ਮਨ ਨੂੰ ਪ੍ਰਸੰਨ ਕਰ ਦੇਣ ਵਾਲੀ ਹੈ। ਬੰਦਨੀ ਜਾਗ ਪਿਤਾ ਮਨੰਦ, ਬਿਲਕੁਲ ਪਿਤਾ ਦੀ ਤਰ੍ਹਾਂ ਮਨਮੋਹ ਕਹਾਨਾ। ਅਤ ਉਦਾਰ ਅਤ ਜੋਧਾ ਗਾਡੋ, ਹੈ ਬੜਾ ਵੱਡੇ ਦਿਲ ਵਾਲਾ ਤੇ ਬੜਾ ਵੱਡਾ ਯੋਧਾ। ਅਤ ਸੁਚੀਲ ਅਤ ਸਹਿ ਬਲ ਹਾਡੋ, ਬੜਾ ਸੁਸ਼ੀਲ ਸਿਆਣਾ, ਬੜੇ ਬਲ ਵਾਲਾ ਤੇ ਮਿੱਠੇ ਸੁਭਾਅ ਵਾਲਾ ਬਾਲਕ ਹੈ ਇਹ। ਲਖੇ ਭਵਿੱਖਤ ਚਲਤ ਉਦਾਰੇ, ਜਿਹੜਾ ਦੁਨੀਆ ਦੇ ਭਵਿੱਖ ਨੂੰ ਜਾਣੇਗਾ। ਕਰਮ ਮਾਨੁਖ ਰਾਨ ਵਿਸਤਾਰੇ, ਕਹਿੰਦੇ ਉਸ ਵੇਲੇ ਜਿਹੜੇ ਸ਼ਬਦ ਵਰਤੇ ਸਨ, ਕਰਮ ਅਮਾਨੁਖ ਰਣ ਵਿਸਤਾਰੇ, ਤੇ ਸਾਰੇ ਪਾਸੇ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੁਤਕ ਦਿਸਣਗੇ। ਇਹ ਚੱਲਦਾ ਭੀਖਣ ਸ਼ਾਹ ਆਪਣੇ ਮੁਰੀਦਾਂ ਨੂੰ ਦੱਸਦਾ ਫਿਰਦਾ ਏ, ਦੱਸਦਾ ਜਾਂਦਾ ਏ, ਤੇ ਕਹਿੰਦਾ ਸਾਰੇ ਪਾਸੇ ਦੇਖਿਓ ਇੱਕ ਵਕਤ ਆਊਗਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਨ ਮਹਾਬਲੀ ਪ੍ਰਗਟ ਹੋਏਗਾ, ਮਰਦ ਸੂਰਮਾ ਪੈਦਾ ਹੋਏਗਾ। ਇਹ ਜੰਗ ਦੇ ਮੈਦਾਨ ਵਿੱਚ ਜਦੋਂ ਖੜੇਗਾ ਨਾ,
ਵੱਡੇ ਵੱਡੇ ਵੈਰੀਆਂ ਤੇ ਹੰਕਾਰੀਆਂ ਨੂੰ ਦਰੜ ਕੇ ਰੱਖ ਦੇਵੇਗਾ। ਕਿਸੇ ਦੀ ਜ਼ਰੂਰਤ ਨਹੀਂ ਹੋਵੇਗੀ ਇਹਦੇ ਸਾਹਮਣੇ ਖੜਨ ਦੀ, ਤੇ ਜੇ ਕੋਈ ਖੜ ਜਾਏਗਾ ਜੰਗ ਦੇ ਮੈਦਾਨ 'ਚ ਇਹਦੇ ਸਾਹਮਣੇ ਤਾਂ ਬਚੇਗਾ ਨਹੀਂ। ਏਡਾ ਵੱਡਾ ਬਲੀ ਹੋਵੇਗਾ। ਆਪਣੇ ਮੁਰੀਦਾਂ ਨੂੰ ਜਿਉਂ ਪਟਨੇ ਤੋਂ ਤੁਰਿਆ ਕੜਾਮ ਤੱਕ ਵਾਪਸ ਜਾਂਦਾ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀਆਂ ਸਿਫਤਾਂ ਸੁਣਾਉਂਦਾ ਜਾਂਦਾ ਹੈ। ਕਹਿੰਦਾ ਕਰਮ ਆ ਮਨੁੱਖ ਰਣ ਵਿਸਤਾਰੇ। ਆਮ ਮਨੁੱਖ ਜਿਹੜੇ ਆ ਨਾ ਉਹਨਾਂ ਨੂੰ ਜੰਗ ਦੇ ਮੈਦਾਨ ਦਾ ਭੇਤੀ ਬਣਾ ਦਊਗਾ। ਆਮ ਹੀ ਮਨੁੱਖ ਨੂੰ, ਜਿਹੜੇ ਮਨੁੱਖ ਨੂੰ ਕਦੇ ਜ਼ਿੰਦਗੀ ਜਿਉਂਦਾ ਚੱਜ ਨਹੀਂ, ਜਿਹਨੂੰ ਪਤਾ ਨਹੀਂ ਹੈ ਸ਼ਸਤਰ ਕੀ ਚੀਜ਼ ਆ, ਜਿਹਨੂੰ ਪਤਾ ਨਹੀਂ ਹੈ ਯੁੱਧ ਕੀ ਚੀਜ਼ ਹੈ, ਜਿਹਨੂੰ ਪਤਾ ਨਹੀਂ ਵੈਰੀ ਦਲ ਕੀ ਹੈ, ਜਿਹਨੂੰ ਕਿਸੇ ਰਣਨੀਤੀ ਦਾ ਵੀ ਪਤਾ ਨਹੀਂ, ਉਹਨਾਂ ਕੋਰੇ ਤੇ ਆਮ ਮਨੁੱਖਾਂ ਨੂੰ ਗੁਰੂ ਗੋਬਿੰਦ ਸਿੰਘ ਬੜਾ ਵੱਡਾ ਬਲੀ ਬਣਾ ਦੇਗਾ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਘੜ ਕੇ ਰੱਖ ਦੇਵੇਗਾ। ਜਿਨ੍ਹਾਂ ਨੂੰ ਕਦੇ ਸਾਰ ਨਹੀਂ ਸੀ, ਉਹਨਾਂ ਦੇ ਜੀਵਨ ਜੰਗ ਦੇ ਮੈਦਾਨ 'ਚ ਏਡੇ ਤਗੜੇ ਕਰ ਦੇਗਾ ਵੀ ਵੈਰੀ ਦਲ ਨੂੰ ਲਲਕਾਰਿਆ ਕਰਨਗੇ। ਤੇ ਇਹ ਬਾਤ ਸੱਚ ਵੀ ਹੋਈ। ਜਦੋਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਨਹੀਂ ਸੀ ਸਾਜਿਆ, ਤੇ ਆਮ ਸਧਾਰਨ ਜੇ ਲੋਕ ਕਦੀ ਰੰਗੜਾਂ ਕੋ ਕੁੱਟ ਖਾ ਲਈ, ਕਦੀ ਕਲਬੋਟੀਆਂ ਕੋ ਕੁੱਟ ਖਾ ਲਈ, ਕਮਲੋਟ ਵਾਲਿਆਂ ਕੋ ਕੁੱਟ ਖਾ ਲਈ, ਕਦੀ ਗੁੱਜਰਾਂ ਕੋ ਕੁੱਟ ਖਾ ਲਈ, ਉਹ ਵਿਚਾਰੇ ਡਰਦੇ ਹੀ ਫਿਰਦੇ ਸੀਗੇ। ਤੇ ਜਦੋਂ ਮਹਾਰਾਜ ਸਾਹਿਬ ਨੇ ਸ਼ਸਤਰ ਵਿਦਿਆ ਸਿਖਾ ਕੇ ਵੀਰ ਯੋਧੇ ਬਣਾ ਦਿੱਤਾ ਨਾ, ਤੇ ਜਿਹੜੇ ਆਂਦੇ ਸੀ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉਡੈ ਡਰ ਸੈ ਮਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਜਿਹੜੇ ਡਰਦੇ ਮਾਰੇ, ਜਿਹੜੇ ਕਦੇ ਵੀ ਥਰ ਕੰਬਦੇ ਸਨ, ਉਹ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਸਤਰਧਾਰੀ ਯੋਧੇ ਬਣ ਗਏ ਨਾ, ਤੇ ਕਵੀ ਸਾਹਿਬ ਕਹਿੰਦੇ ਫਿਰ ਉਹੀ ਉਹ ਸੂਰਮੇ ਬਣ ਕੇ ਕਹਿੰਦੇ ਸੀ, ਮੈਂ एक एक को धर लूँगा दिल और सीना चीर के आगे, जे दुनिया झुकती है तकदीर के आगे, अब तो तकदीर भी झुकेगी मेरी शमशीर के आगे। कहते एडे एडे बली सतगुरु साहब महाराज साहब ने सूरमे पैदा कर दिते। कवि संतोख सिंह साहब दसदे भी ज्यों कढ़ाम नूं जांदा जांदा ਆਪਣੇ ਮੁਰੀਦਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀਆਂ ਸਿਫਤਾਂ ਗਣਾਉਂਦਾ ਗਿਆ। ਕਹਿੰਦਾ ਆਮ ਮਨੁੱਖ ਜਿਹੜਾ ਸਧਾਰਨ ਜਿਹਾ ਮਨੁੱਖ ਹੋਏਗਾ, ਉਹਨੂੰ ਬੜਾ ਵੱਡਾ ਬਲੀ ਕਰਕੇ ਵਿਸਥਾਰ ਕਰੇਗਾ। ਉਹਦੇ ਵਰਗ ਉਹ ਇੰਨੇ ਏਡੇ ਸੂਰਮੇ ਪੈਦਾ ਕਰ ਦਊ, ਜਿੱਥੇ ਜੰਗ ਦੇ ਮੈਦਾਨ 'ਚ ਖੜਿਆ ਕਰਨਗੇ, ਆਪਣੀ ਜਿੱਤ ਪ੍ਰਾਪਤ ਕਰ ਲਿਆ ਕਰਨਗੇ। ਇੱਦਾਂ ਦੀਆਂ ਵਡਿਆਈਆਂ ਦੱਸਦਾ ਹੋਇਆ ਜਾਂਦਾ ਸੀਗਾ। ਕਰਤ ਪਰੀਖਣ ਭੀਖ ਬਹੋਰੀ। ਐਦਾਂ ਭੀਖਣ ਸ਼ਾਹ ਚੱਲਦਾ ਹੋਇਆ ਕਈ ਲੰਬਾ ਪੈਂਡਾ ਤੈਅ ਕਰਦਾ ਹੋਇਆ। ਹੁਣ ਦਰਸ਼ਨ ਦਰਸੋ ਐਸ ਠੌਰੀ। ਕਵੀ ਸਾਹਿਬ ਕਹਿੰਦੇ ਨੇ, ਉਹ ਕਹਿੰਦਾ ਸੀ ਵੀ ਜਦੋਂ ਕਦੇ ਦੁਬਾਰਾ ਦੀਦਾਰ ਹੋਇਆ ਤੇ ਜ਼ਰੂਰ ਮਿਲਾਂਗਾ। ਲਖਨੌਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਦੁਬਾਰਾ ਇਹਨੇ ਕੀਤੇ ਸੀਗੇ। ਲਖਨੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਨਾਨਕੇ ਸੀਗੇ, ਤੇ ਮਹਾਰਾਜ ਸਾਹਿਬ ਗੁਰੂ ਮਾਤਾ ਗੁਜਰ ਕੌਰ ਸਾਹਿਬ ਦੇ ਦੋ ਭਰਾ ਸੀਗੇ, ਮੇਰ ਚੰਦ ਤੇ ਕਿਰਪਾਲ ਚੰਦ। ਕਿਰਪਾਲ ਚੰਦ ਤੇ ਮਾਤਾ ਗੁਜਰ ਕੌਰ ਸਾਹਿਬ ਦੇ ਨਾਲ ਰਹਿੰਦੇ, ਕਿਉਂਕਿ ਜਿਹੜਾ ਮੇਰ ਚੰਦ ਸੀ ਉਹ ਲਖਨੌਰ ਰਹਿੰਦਾ ਸੀ, ਤੇ ਜਿਹੜੇ ਕਿਰਪਾਲ ਚੰਦ ਜੀ ਸੀਗੇ ਉਹ ਕਰਤਾਰਪੁਰ ਸਾਹਿਬ ਆ ਕੇ, ਜਲੰਧਰ ਵਾਲੇ ਕਰਤਾਰਪੁਰ ਆ ਕੇ ਵਸ ਗਏ ਸੀ। ਇਸ ਤਰ੍ਹਾਂ ਜਿਹੜਾ ਮਾਤਾ ਗੁਜਰ ਕੌਰ ਜੀ ਦੇ ਪਿਤਾ ਜੀ ਜਿਹੜੇ ਸੀ ਨਾ, ਉਹ ਵੀ ਕਰਤਾਰਪੁਰ ਆ ਕੇ ਵਸ ਗਏ ਸੀ। ਤੇ ਜਿਹੜਾ ਇੱਕ ਭਰਾ ਸੀ ਮਾਤਾ ਗੁਜਰ ਕੌਰ ਦਾ, ਮੇਰ ਚੰਦ, ਉਹ ਲਖਨੌਰ ਰਹਿੰਦੇ ਸੀ। ਇਸ ਕਰਕੇ ਜਿਹੜਾ ਨਾਨਕਾ ਪਿਛੋਕੜ ਨਾਨਕਾ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਹ ਲਖਨੌਰ ਆ ਅੰਬਾਲੇ ਦੇ ਕੋਲ। ਉੱਥੇ ਦਸਵੇਂ ਪਾਤਸ਼ਾਹ ਕਈ ਵਾਰੀ ਖੇਡਣ ਜਾਂਦੇ ਰਹੇ, ਕਈ ਵਾਰੀ ਆਪਣੇ ਨਾਨਕੇ ਪਰਿਵਾਰ ਜਾਂਦੇ ਰਹੇ ਆ। ਉੱਥੇ ਭੀਖਣ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਕੀਤੇ ਸਨ। ਇਸ ਤਰ੍ਹਾਂ ਕਵੀ ਸਾਹਿਬ ਜੀ ਹੁਣਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਕਰਦਿਆਂ ਭੀਖਣ ਸ਼ਾਹ ਤੁਰਿਆ ਜਾਂਦਾ ਆ। ਉਸ ਤੋਂ ਅਗਲਾ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਪਟਨਾ ਸਾਹਿਬ 'ਚ ਬਾਲ ਲੀਲਾ ਦਾ ਹੈ, ਬਾਲ ਅਵਸਥਾ ਦਾ ਹੈ।
ਮਹਾਰਾਜ ਸਾਹਿਬ ਕੀ ਬਾਲ ਅਵਸਥਾ 'ਚ ਕੌਤਕ ਕਰਦੇ ਨੇ, ਉਹਦਾ ਜ਼ਿਕਰ ਬਿਰਤਾਂਤ ਕੱਲ ਦੇ ਦੀਵਾਨ 'ਚ ਵਿਚਾਰਾਂਗੇ। ਗੁਰੂ ਸਾਹਿਬ ਮਹਾਰਾਜ ਸਾਹਿਬ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਤੁਸ਼ ਬੁੱਧੀ ਹੋਣ ਦੇ ਕਾਰਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ। ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਈ ਹੋਣ ਜੀ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਾਰਤ ਪਰੀਖਣ ਭੀਖ ਬਹੋਰੀ, ਪਨ ਦਾਸਨ ਦਸੋ ਐਸ ਠੌਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।